ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਪਿਛਲੇ ਕੁਝ ਦਿਨਾਂ ਤੋਂ ਸਾਡਾ ਫੋਕਸ ਭਾਈ ਦੀਪ ਸਿੰਘ ਜੀ ਦੀ ਸ਼ਖਸੀਅਤ ਤੇ ਸੀ, ਜਿਨ੍ਹਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ। ਕਿਸ ਤਰ੍ਹਾਂ ਉਹਨਾਂ ਨੇ ਖਾਲਸਾ ਰਾਜ ਦੇ ਡੁੱਬਣ ਤੋਂ ਬਾਅਦ ਸਿੱਖਾਂ ਨੂੰ ਗਲਤ ਰੁਝਾਨ ਤੋਂ ਬਾਹਰ ਕੱਢਿਆ ਤੇ ਸਿੱਖਾਂ ਨੂੰ ਈਸਾਈ ਮਿਸ਼ਨਰੀ, ਆਰਿਆ ਸਮਾਜ ਅਤੇ ਬ੍ਰਾਹਮਣਵਾਦ ਦੀ ਜਕੜ ਵਿੱਚੋਂ ਬਾਹਰ ਕੱਢਿਆ। ਪਰ ਫਿਰ ਵੀ ਸਿੱਖ ਕੌਮ ਅਤੇ ਪੰਥਕ ਜਥੇਬੰਦੀਆਂ ਉਹਨਾਂ ਦੀ ਯਾਦ ਉਸ ਪੱਧਰ ਤੇ ਨਹੀਂ ਮਨਾਉਂਦੀ ਜਿਵੇਂ ਮਨਾਉਣੀ ਚਾਹੀਦੀ ਹੈ। ਪਰ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਭੂਤਾਂ ਪ੍ਰੇਤਾਂ ਵਾਲੇ ਬਾਬਾ ਵਡਭਾਗ ਸਿੰਘ ਦਾ ਜਨਮ ਦਿਨ ਮਨਾਏ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਸ ਨੂੰ ਗੁਰੂ ਪਾਤਸ਼ਾਹ ਜੀ ਨੇ ਹੀ ਸਿੱਖੀ ਵਿੱਚੋਂ ਛੇਕਿਆ ਹੋਇਆ ਹੈ। ਅਤੇ ਨਾਲ ਹੀ ਜਥੇਦਾਰ ਸਾਹਿਬ ਇਹ ਕਹਿ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਣ ਦਾ ਹਿੱਸਾ ਨਹੀਂ ਹੈ। ਸੋ ਵੀਅਰਸ, ਅੱਜ ਅਸੀਂ ਇਹਨਾਂ ਕੁਝ ਵਿਸ਼ਿਆਂ ਤੇ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਸਕਾਲਰ ਤੇ ਹਿਸਟੋਰੀਅਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ, ਜਿਹੜੇ ਕਿ ਇਸ ਵੇਲੇ ਚੰਡੀਗੜ੍ਹ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਜੀ ਵੀਰ ਜੀ, ਅੱਜ ਤੁਹਾਨੂੰ ਅਸੀਂ ਇਹ ਤਿੰਨ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਭਾਈ ਦੀਪ ਸਿੰਘ ਜੀ ਤੋਂ ਸ਼ੁਰੂ ਕਰਦੇ ਹਾਂ। ਤੁਸੀਂ ਉਹਨਾਂ ਦੀ ਸ਼ਖਸੀਅਤ, ਸਿੱਖ ਕੌਮ ਨੂੰ ਉਹਨਾਂ ਦੀ ਦੇਣ ਅਤੇ ਉਹਨਾਂ ਦੀ ਯਾਦ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਹੀ ਖੂਬਸੂਰਤ ਤੁਸੀਂ ਇਹ ਲਿਆ ਟੌਪਿਕ ਅੱਜ ਜੀ, ਕਿਉਂਕਿ ਗਿਆਨੀ ਦੀਪ ਸਿੰਘ ਦੀ ਸਿੱਖ ਕੌਮ ਲਈ ਤੇ ਸਿੱਖ ਧਰਮ ਲਈ ਇਤਨੀ ਬੜੀ ਦੇਣ ਹੈ, ਹਾਂਜੀ, ਜਿਸ ਦਾ ਅਸੀਂ ਮੁਆਵਜ਼ਾ ਦੇ ਹੀ ਨਹੀਂ ਸਕਦੇ। ਮਤਲਬ ਜੇ ਉਹ ਨਾ ਹੁੰਦੇ, ਗਿਆਨੀ ਦੀਪ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਾਈ ਜਵਾਹਰ ਸਿੰਘ ਵਰਗੇ ਲੋਕ, ਤਾਂ ਸਿੱਖੀ ਹੋ ਸਕਦਾ ਅੱਜ ਇਤਿਹਾਸ ਦੇ ਪੰਨਿਆਂ ਉੱਤੇ ਹੀ ਹੁੰਦੀ, ਤਾਂ ਸਿੱਖੀ ਲੋਕਾਂ ਦੇ ਵਿੱਚ ਨਾ ਹੁੰਦੀ ਜੀ। ਜੋ ਤੁਸੀਂ ਕਿਹਾ 1849 ਦੇ ਵਿੱਚ ਜਦੋਂ ਸਿੱਖ ਰਾਜ ਗਿਆ, ਤਾਂ ਸਿੱਖਾਂ ਦੇ ਮਨਾਂ ਦੇ ਉੱਤੇ ਬੜੀ ਮਾਯੂਸੀ ਆਈ ਹੋਈ ਸੀ ਕਿ ਸਾਡਾ ਰਾਜ ਚਲਿਆ ਗਿਆ। ਔਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਦੁਸ਼ਮਣ ਦੇ ਤੌਰ ਦੇ ਉੱਤੇ ਸਿੱਖਾਂ ਨਾਲ ਟ੍ਰੀਟਮੈਂਟ ਕੀਤਾ ਕਿ ਕਿਸੇ ਤਰੀਕੇ ਦੇ ਨਾਲ ਸਿੱਖੀ ਨੂੰ ਐਸੀ ਸੱਟ ਮਾਰੀ ਜਾਵੇ ਕਿ ਸਿੱਖੀ ਦਾ ਵਜੂਦ ਹੀ ਖਤਮ ਹੋ ਜਾਵੇ। ਤਾਂ ਉਸ ਕਿਸਮ ਦੇ ਹਾਲਾਤਾਂ ਦੇ ਵਿੱਚ ਇਹਨਾਂ ਵੱਡੇ ਵੱਡੇ ਵਿਦਵਾਨਾਂ ਨੇ, ਜਿਹੜੇ ਕਿ ਬਹੁਤ ਹੀ ਬੜੇ ਇਨਸਾਨ ਸਨ ਔਰ ਬੜੀ ਉਹਨਾਂ ਨੇ ਸਿੱਖਾਂ ਦੀ ਸਿੱਖੀ ਔਰ ਸਿੱਖਾਂ ਦੀ ਸੇਵਾ ਕੀਤੀ ਹੈ। ਗਿਆਨੀ ਦੀਪ ਸਿੰਘ ਬਾਰੇ ਜੇ ਅਸੀਂ ਗੱਲ ਕਹੀਏ, ਉਹਨਾਂ ਦੀਆਂ 65 ਕਿਤਾਬਾਂ 65 ਬੁੱਕਸ ਹੀ ਐਜ਼ ਆਥਰਡ, ਔਰ 2 ਅਖਬਾਰ ਉਹ ਚਲਾਉਂਦੇ ਸੀਗੇ। ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਪੱਥਰ ਦਾ ਛਾਪਾ ਹੁੰਦਾ ਸੀ, ਅੱਜ ਕੱਲ੍ਹ ਵਰਗੀ ਪ੍ਰਿੰਟਿੰਗ ਦੀ ਜਿਸ ਤਰ੍ਹਾਂ ਮਿੰਟਾਂ ਸਕਿੰਟਾਂ ਦੇ ਵਿੱਚ ਚੀਜ਼ਾਂ ਨਿਕਲ ਜਾਂਦੀਆਂ, ਪ੍ਰਿੰਟ ਹੋ ਜਾਂਦੀਆਂ, ਇਸ ਕਿਸਮ ਦੀਆਂ ਕੋਈ ਸਹੂਲਤਾਂ ਨਹੀਂ ਸੀ ਉਹਨਾਂ ਦੇ ਕੋਲ। ਉਹ ਆਪਣੇ ਪੈਸਿਆਂ ਦੇ ਨਾਲ ਅਖਬਾਰ ਕੱਢਦੇ ਸੀ ਔਰ ਆਪਣੇ ਪਿਛਲੇ ਸ਼ਹਿਰਾਂ ਦੇ ਵਿੱਚ ਅਖਬਾਰ ਪਾ ਕੇ ਲਾਹੌਰ ਔਰ ਦੂਸਰੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਵੰਡਦੇ ਸੀ। ਸੋ ਇਸ ਕਿਸਮ ਦੀ ਕਾਲਨਾ ਔਰ ਇਸ ਕਿਸਮ ਦੀ ਉਹਨਾਂ ਦੀ ਇਨ ਡੈਪਥ ਅੰਡਰਸਟੈਂਡਿੰਗ ਸੀ ਸਿੱਖੀਜ਼ਮ ਬਾਰੇ, ਮੈਂ ਇੱਥੇ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਮੇਰੀ PhD ਦਾ ਥੀਸਿਸ ਵੀ ਸਿੰਘ ਸਭਾ ਮੂਵਮੈਂਟ ਦੇ ਉੱਤੇ ਸੀ। ਔਰ ਸਿੰਘ ਸਭਾ ਮੂਵਮੈਂਟ ਦੀ ਜਿਹੜੀ ਸਪਿਰਿਟ ਸੀ ਉਹ ਗਿਆਨੀ ਦੀਪ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ ਔਰ ਇਸੇ ਤਰੀਕੇ ਨਾਲ ਭਾਈ ਕਾਹਨ ਸਿੰਘ ਵਰਗਿਆਂ ਦੀ ਸੀ। ਇਹ ਲੋਕ ਉਸ ਵੇਲੇ ਸਿੱਖੀ ਦਾ ਲੜ ਨਾ ਫੜਦੇ ਤਾਂ ਸਿੱਖੀ ਹੋ ਸਕਦਾ ਸਿੱਖੀ ਦਾ ਵਜੂਦ ਹੀ ਖਤਮ ਹੋ ਜਾਂਦਾ, ਕਿਉਂਕਿ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਉਹ ਸਿੱਖਾਂ ਦੇ ਨਾਲ ਸਿੱਖਾਂ ਦਾ ਰਾਜ ਖਤਮ ਕਰਕੇ ਧੋਖੇਧੜੀ ਦੇ ਨਾਲ ਉਸ ਤੋਂ ਬਾਅਦ ਸਿੱਖੀ ਨੂੰ ਖਤਮ ਕਰਨ ਲਈ ਯਤਨਸ਼ੀਲ ਸੀ। ਇਸੇ ਤਰੀਕੇ ਦੇ ਨਾਲ ਜਿਹੜੀ ਬਹੁਤ ਗਿਣਤੀ ਜਿਹਦੇ ਵਿੱਚ ਖਾਸ ਤੌਰ ਤੇ ਆਰੀਆ ਸਮਾਜ ਔਰ ਦੂਸਰਾ ਜਿਹੜਾ ਅੰਗ ਸੀ ਹਿੰਦੂਆਂ ਦਾ ਸਨਾਤਨ ਧਰਮ, ਔਰ ਉਹਦੇ ਵਿੱਚ ਸ਼ਰਧਾ ਰਾਮ ਫਲੌਰੀ ਵਰਗੇ ਬੰਦੇ ਜਿਹੜੇ ਕਿ ਬਹੁਤ ਅੱਛੇ ਬੁਲਾਰੇ ਸੀ ਔਰ ਬੜੇ ਅੱਛੇ ਲੇਖਕ ਵੀ ਸੀ, ਲੇਕਿਨ ਉਹਨਾਂ ਦੀਆਂ ਸਾਰੀਆਂ ਲਿਖਤਾਂ ਸਿੱਖੀ ਤੇ ਸਿੱਖਾਂ ਦੇ ਖਿਲਾਫ ਸਨ। ਔਰ ਉਹਨਾਂ ਦੇ ਜਿਹੜੇ ਭਾਸ਼ਣ ਮੰਜੀ ਸਾਹਿਬ ਦੀਵਾਨ ਤੋਂ ਕਰਿਆ ਕਰਦਾ ਸੀ ਸ਼ਰਧਾ ਰਾਮ ਫਲੌਰੀ, ਔਰ ਮੰਜੀ ਸਾਹਿਬ ਦੀਵਾਨ ਦੇ ਵਿੱਚ ਸਿੱਖੀ ਨੂੰ ਸਭ ਤੋਂ ਵੱਡੀ ਆਪਣੇ ਭਾਸ਼ਣਾਂ ਦੇ ਰਾਹੀਂ ਢਾਹ ਲਾਉਂਦਾ ਸੀ, ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਦਾ ਸੀ। ਤੋ ਇਹ ਸਾਰੀਆਂ ਸਾਜ਼ਿਸ਼ਾਂ ਸਰਕਾਰ ਦੀ ਸ਼ਹਿ ਦੇ ਉੱਤੇ ਹੋ ਰਹੀਆਂ ਸਨ ਤਾਂ ਕਿ ਸਿੱਖੀ ਦਾ ਵਜੂਦ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦਿੱਤਾ ਜਾਵੇ। ਤਾਂ ਇਹ ਜਿਹੜੀ ਲੜਾਈ ਸੀ, ਇਹ ਕਲਮ ਦੀ ਲੜਾਈ ਸੀ, ਇਹ ਥਾਟ ਦੀ ਲੜਾਈ ਸੀ, ਇਹ ਦਲੀਲ ਦੀ ਲੜਾਈ ਸੀ। ਔਰ ਇਸ ਕਿਸਮ ਦੀ ਸੂਖਮ ਲੜਾਈ ਦੀ ਸਭ ਤੋਂ ਵੱਡੇ ਜਰਨੈਲ ਗਿਆਨੀ ਦੀਪ ਸਿੰਘ ਸਨ,
ਜਿਨ੍ਹਾਂ ਦੇ ਕੋਲ ਬਹੁਤ ਵਿਦਵਤਾ ਸੀ, ਬੜਾ ਗਿਆਨ ਸੀ, ਬੜੀ ਦਲੀਲ ਸੀ, ਬਹੁਤ ਹੀ ਬਿਹਤਰੀਨ ਕਿਸਮ ਦੇ ਉਹ ਲੈਕਚਰਰ ਸੀ। ਔਰ ਇਤਨਾ ਉਹਨਾਂ ਦਾ ਪ੍ਰਭਾਵਸ਼ਾਲੀ ਲੈਕਚਰ ਹੁੰਦਾ ਸੀ ਕਿ ਜਿਹੜੇ ਆਡੀਅנס ਸੀ ਉਹ ਕੀਲੀ ਜਾਂਦੀ ਸੀ ਇੱਕ ਤਰੀਕੇ ਦੇ ਨਾਲ। ਉਹ ਆਪਣੀ ਦਲੀਲ ਦੇ ਨਾਲ, ਆਪਣੇ ਪ੍ਰਭਾਵ, ਆਪਣੇ ਵਿਦਵਤਾ ਦੇ ਨਾਲ, ਆਪਣੇ ਗਿਆਨ ਦੇ ਨਾਲ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਸੀ। ਆਪਣੀਆਂ ਲਿਖਤਾਂ ਦੇ ਰਾਹੀਂ ਉਹਨਾਂ ਨੇ ਜਿਹੜੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਨੇ ਸਾਰੇ ਜਗਤ ਦੇ ਵਿੱਚ ਉਹਨਾਂ ਕਿਤਾਬਾਂ ਦਾ ਪ੍ਰਚਾਰ ਹੋਇਆ। ਔਰ ਉਸ ਕਿਸਮ ਦੀ ਲੜਾਈ ਦੇ ਵਿੱਚ ਜਿਹੜੀ ਦਲੀਲ ਦੀ ਲੜਾਈ, ਜਿਹੜੀ ਇੰਟੈਲੈਕਟ ਦੀ ਲੜਾਈ ਸੀ, ਜਿਹੜੀ ਲੜਾਈ ਸੀ, ਉਸ ਦੇ ਵਿੱਚੋਂ ਸਿੱਖੀ ਨੂੰ ਪਾਰ ਉਤਾਰਿਆ। ਤੋ ਗਿਆਨੀ ਦਿੱਤ ਸਿੰਘ ਦਾ ਅਸੀਂ ਦੇਣਾ ਦੇ ਹੀ ਨਹੀਂ ਸਕਦੇ। ਜਿਸ ਤਰ੍ਹਾਂ ਤੁਸੀਂ ਆਪ ਬੜੇ ਸੁਚੱਜੇ ਢੰਗ ਨਾਲ ਦੱਸਿਆ ਕਿ ਅਸੀਂ ਗਿਆਨੀ ਦਿੱਤ ਸਿੰਘ ਦਾ ਜਿਹੜਾ ਜੋ ਵੀ ਹੈ ਜਨਮ ਦਿਨ ਹੈ, ਉਸ ਨੂੰ ਬਹੁਤ ਵੱਡੇ ਅਦਾਰੇ ਦੇ ਉੱਤੇ, ਵੱਡੇ ਸਕੇਲ ਦੇ ਉੱਤੇ ਉਸ ਨੂੰ ਮਨਾਉਣਾ ਚਾਹੀਦਾ, ਤਾਂ ਕਿ ਆਉਣ ਵਾਲੀਆਂ ਜਿਹੜੇ ਨੌਜਵਾਨ ਬੱਚੇ ਆ ਜਿਨ੍ਹਾਂ ਨੂੰ ਗਿਆਨੀ ਦਿੱਤ ਸਿੰਘ ਦੀ ਦੇਣ ਦਾ ਪਤਾ ਨਹੀਂ, ਉਹਨਾਂ ਨੂੰ ਗਿਆਨੀ ਦਿੱਤ ਸਿੰਘ ਦੀ ਦੇਣ ਬਾਰੇ ਪਤਾ ਲੱਗ ਜੇ। ਔਰ ਇਸ ਤੋਂ ਇਲਾਵਾ ਵੀ ਬੜੇ ਬੜੇ ਅਦਾਰਿਆਂ ਦਾ ਨਾਂ, ਕਾਲਜਾਂ ਦਾ ਨਾਂ, ਸਕੂਲਾਂ ਦਾ ਨਾਂ ਗਿਆਨੀ ਦਿੱਤ ਸਿੰਘ ਦੇ ਨਾਂ ਦੇ ਉੱਤੇ ਰੱਖਣਾ ਚਾਹੀਦਾ, ਤਾਂ ਕਿ ਬੱਚੇ ਇਹ ਪੁੱਛਣ ਕਿ ਗਿਆਨੀ ਦਿੱਤ ਸਿੰਘ ਕੌਣ ਸੀ, ਤਾਂ ਉੱਥੋਂ ਦੇ ਟੀਚਰ, ਉੱਥੋਂ ਦੇ ਜਿਹੜੇ ਸਿਆਣੇ ਸਮਝਦਾਰ ਸਿੱਖ ਹੈਗੇ ਆ, ਉਹ ਦੱਸ ਸਕਣ ਬੱਚਿਆਂ ਨੂੰ ਕਿ ਗਿਆਨੀ ਦਿੱਤ ਸਿੰਘ ਕੌਣ ਸੀ। ਇੱਥੇ ਮੈਂ ਇੱਕ ਦੱਸਣਾ ਚਾਹੁੰਦਾ, ਗਿਆਨੀ ਦਿੱਤ ਸਿੰਘ ਉੱਤੇ ਇੱਥੇ ਤੁਹਾਡੀ ਅਮਰੀਕਨ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਸੀ NG ਬੈਰੀਅਰ, ਉਹਨਾਂ ਦੀ ਡੈਥ ਹੋਈ ਆ ਹੁਣੇ 4-5 ਸਾਲ ਹੋ ਗਏ। ਉਹਨਾਂ ਦੀ ਕਿਤਾਬ ਐਂਡ ਦੇਅਰ ਲਿਟਰੇਚਰ, ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀ, ਉਹਨਾਂ ਨੇ ਵੀ ਇਹ ਕਿਤਾਬ ਐਂਡ ਦੇਅਰ ਲਿਟਰੇਚਰ, ਉਹਦੇ ਵਿੱਚ ਸਾਰੀਆਂ ਕਿਤਾਬਾਂ ਦਾ ਜ਼ਿਕਰ ਆ, ਗਿਆਨੀ ਦਿੱਤ ਸਿੰਘ ਜਿਹੜੇ ਅਖਬਾਰ ਸੀ ਉਹਨਾਂ ਦਾ ਜ਼ਿਕਰ ਆ, ਗਿਆਨੀ ਦਿੱਤ ਸਿੰਘ ਦਾ ਜਿਹੜਾ ਰੋਲ ਆ ਸਿੱਖੀ ਨੂੰ ਉਭਾਰਨ ਦਾ, ਸਿੱਖੀ ਦੇ ਉੱਤੇ ਹਮਲਿਆਂ ਦਾ ਜਿਹੜਾ ਜਵਾਬ ਉਹਨਾਂ ਨੇ ਦਿੱਤਾ। ਔਰ ਕਿਸੇ ਤਰੀਕੇ ਨਾਲ ਦਇਆਨੰਦ ਉਸ ਵੇਲੇ ਜਿਹੜਾ ਆਰੀਆ ਸਮਾਜ ਦਾ ਫਾਊਂਡਰ ਸੀ, ਜਿਸਨੇ 1975 ਦੇ ਵਿੱਚ ਬੰਬੇ ਦੇ ਵਿੱਚ ਨੀਂਹ ਰੱਖੀ ਤੇ 1970 ਦੇ ਵਿੱਚ ਲਾਹੌਰ ਦੇ ਵਿੱਚ ਗੁਰਦਰਸ਼ਨ ਵੀਰ ਜੀ ਉਸ ਨੂੰ ਵੀ ਭੁਲੇਖੇ ਨਾਲ ਸਿੱਖਾਂ ਨੇ ਇਨਵਾਈਟ ਕੀਤਾ ਸੀ, ਕਿਉਂਕਿ ਉਹ ਆਪਣੇ ਲੈਕਚਰਾਂ ਦੇ ਵਿੱਚ ਜਦੋਂ ਯੂਪੀ ਦੇ ਵਿੱਚ ਆਇਆ ਤਾਂ ਉਹ ਹਿੰਦੂਆਂ ਦੇ ਕਈ ਜਿਹੜੇ ਆਈਡਲ ਵਰਸ਼ਿਪ ਆ ਉਸ ਦੇ ਉੱਤੇ ਅਟੈਕ ਕਰਦਾ ਸੀ, ਕਾਸਟ ਸਿਸਟਮ ਦੇ ਉੱਤੇ ਅਟੈਕ ਕਰਦਾ ਸੀ, ਔਰ ਇੱਕ ਰੱਬ ਨੂੰ ਮੰਨਣ ਦੀ ਉਹ ਪ੍ਰਚਾਰ ਕਰਦਾ ਸੀ। ਜਿਸ ਤਰ੍ਹਾਂ ਉਹ ਸਮਝਦਾ ਸੀ ਵੇਦਾਂ ਦੀ ਜਿਹੜੀ ਸਾਰੀ ਫਿਲਾਸਫੀ ਆ ਉਹ ਇਸ ਚੀਜ਼ ਦੇ ਉੱਤੇ ਆਧਾਰਿਤ ਆ। ਤਾਂ ਕੁਝ ਸਿੱਖਾਂ ਨੂੰ ਭੁਲੇਖਾ ਪੈ ਗਿਆ ਕਿ ਇਹ ਇੱਕ ਐਸਾ ਆਦਮੀ ਆ ਜਿਹੜਾ ਸਨਾਤਨ ਹਿੰਦੂ ਧਰਮ ਦੇ ਖਿਲਾਫ ਆ, ਔਰ ਜਿਹੜਾ ਪੰਜਾਬ ਦੇ ਵਿੱਚ ਸਨਾਤਨ ਹਿੰਦੂ ਧਰਮ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਮੌਕਾ ਦੇ ਸਕਦਾ। ਤਾਂ ਉਸ ਭੁਲੇਖੇ ਦੇ ਵਿੱਚ ਕੁਝ ਸਿੱਖਾਂ ਨੇ ਗਿਆਨੀ ਦਿੱਤ ਸਿੰਘ ਨੂੰ ਸਵਾਮੀ ਦਇਆਨੰਦ ਨੂੰ ਜਿਹੜਾ ਆਰੀਆ ਫਾਊਂਡਰ, ਉਸ ਪੰਜਾਬ ਦੇ ਵਿੱਚ ਆ ਤੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਤੇ ਅਸੀਂ ਤੈਨੂੰ ਆਪਣੀ ਸਟੇਜ ਦੇਵਾਂਗੇ। ਤੋ ਉਸ ਭੁਲੇਖੇ ਦੇ ਵਿੱਚ ਸਿੱਖਾਂ ਦੇ ਇਨਵੀਟੇਸ਼ਨ ਦੇ ਉੱਤੇ ਜਿਹੜਾ ਦਇਆਨੰਦ ਆ ਉਹ ਪੰਜਾਬ ਦੇ ਵਿੱਚ ਆਇਆ। ਜਦੋਂ ਦਇਆਨੰਦ ਨੂੰ ਸਿੱਖਾਂ ਬਾਰੇ ਕੁਝ ਪਤਾ ਨਹੀਂ ਸੀ, ਸਿੱਖੀ ਬਾਰੇ ਕੁਝ ਪਤਾ ਨਹੀਂ ਸੀ, ਔਰ ਸਿੱਖਾਂ ਨੂੰ ਦਇਆਨੰਦ ਬਾਰੇ ਕੁਝ ਪਤਾ ਨਹੀਂ ਸੀ, ਲੇਕਿਨ ਜਦੋਂ ਭੁਲੇਖੇ ਦੂਰ ਹੋ ਗਏ ਤਾਂ ਇਹ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਗਏ। ਔਰ ਗਿਆਨੀ ਦਿੱਤ ਸਿੰਘ ਨੇ 3 ਬੈਠਕਾਂ ਕੀਤੀਆਂ ਓਪਨ। ਉਸ ਵੇਲੇ ਰਿਵਾਜ ਹੁੰਦਾ ਸੀ ਕਿ ਓਪਨ ਬਹੁਤ ਵੱਡੇ ਪੰਡਾਲਾਂ ਦੇ ਵਿੱਚ ਸਟੇਜਾਂ ਦੇ ਉੱਤੇ ਬੈਠ ਕੇ ਜਿਹੜੇ ਵਿਦਵਾਨ ਆ ਉਹ ਆਪਣੀ ਆਪਣੀ ਗੱਲ ਕਰਿਆ ਕਰਦੇ ਸੀ, ਜਿਹੜੇ ਵਿਰੋਧੀ ਸੀ ਉਹਨਾਂ ਦਾ ਜਵਾਬ ਦਿਆ ਕਰਦੇ ਸੀ। ਤੋ ਗਿਆਨੀ ਦਿੱਤ ਸਿੰਘ ਦੇ ਨਾਲ ਸਵਾਮੀ ਦਇਆਨੰਦ ਦੀ ਬਹਿਸ ਹੋਈ ਖੁੱਲੇ ਮੈਦਾਨ ਦੇ ਵਿੱਚ, ਜਿੱਥੇ ਸਿੱਖ ਵੀ ਬੈਠੇ ਸੀ, ਆਰੀਆ ਸਮਾਜੀ ਵੀ ਬੈਠੇ ਸੀ, ਔਰ ਉਹਨਾਂ ਨੇ ਗਿਆਨੀ ਦਿੱਤ ਸਿੰਘ ਨੇ ਬਹੁਤ ਹੀ ਵਧੀਆ ਦਲੀਲਾਂ ਦੇ ਨਾਲ, ਬਹੁਤ ਹੀ ਵਧੀਆ ਮਿਸਾਲਾਂ ਦੇ ਕੇ, ਬਹੁਤ ਵੱਡੀ ਆਰਗੂਮੈਂਟ ਦੇ ਕੇ ਉਹਨਾਂ ਨੇ ਸਵਾਮੀ ਦਇਆਨੰਦ ਨੂੰ ਹਰਾ ਦਿੱਤਾ। ਔਰ ਇਹ ਬਹੁਤ ਵੱਡੀ ਇਵੈਂਟ ਹੋਈ ਲਾਹੌਰ ਦੇ ਵਿੱਚ, ਜਿਸ ਦਾ ਚਰਚਾ ਸਾਰੇ ਪੰਜਾਬ ਦੇ ਵਿੱਚ ਹੋਇਆ।
ਔਰ ਗਿਆਨੀ ਦਿੱਤ ਸਿੰਘ ਦੀ ਤਾਕ ਪੈ ਗਈ ਸਾਰੇ ਪੰਜਾਬ ਦੇ ਵਿੱਚ। ਔਰ ਕਈ ਹਿੰਦੂ ਵੀ ਇਹ ਮਹਿਸੂਸ ਕਰਨ ਲੱਗ ਗਏ ਕਿ ਗਿਆਨੀ ਦਿੱਤ ਸਿੰਘ ਦੀ ਜਿਹੜੀ ਵਿਦਵਤਾ ਹੈ ਉਸ ਦੇ ਉੱਤੇ ਪਹੁੰਚਣਾ ਬਹੁਤ ਔਖਾ, ਬਹੁਤ ਮੁਸ਼ਕਿਲ ਹੈ। ਗਿਆਨੀ ਦਿੱਤ ਸਿੰਘ ਨੇ ਹਿੰਦੂਆਂ ਦੇ ਵੀ ਸਾਰੇ ਵੇਦ ਸ਼ਾਸਤਰ ਪੜ੍ਹੇ ਹੋਏ ਸੀ ਔਰ ਉਸ ਨੇ ਫਿਰ ਜਦੋਂ ਸਿੱਖੀਜ਼ਮ ਦੀਆਂ ਮਿਸਾਲਾਂ ਦਿੱਤੀਆਂ, ਸਿੱਖ ਗੁਰੂਆਂ ਦੀ ਕੰਟਰੀਬਿਊਸ਼ਨ ਦੀ ਗੱਲ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮੈਸੇਜ ਸੀ ਉਸ ਨੂੰ ਅੱਗੇ ਲੈ ਕੇ ਆਇਆ, ਤਾਂ ਉਸ ਦਾ ਕੋਈ ਜਵਾਬ ਦਇਆਨੰਦ ਦੇ ਕੋਲ ਨਹੀਂ ਸੀ। ਤਾਂ ਗਿਆਨੀ ਦਿੱਤ ਸਿੰਘ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਬਹੁਤ ਹੀ ਜ਼ਿਆਦਾ ਵੱਡਮੁੱਲੀ ਕੰਟਰੀਬਿਊਸ਼ਨ ਹੈ ਔਰ ਉਸ ਨੇ ਜੋ ਸੇਵਾ ਸਿੱਖੀ ਦੀ ਕੀਤੀ ਉਸ ਦਾ ਅਸੀਂ ਦੇਣਾ ਦੇ ਹੀ ਨਹੀਂ ਸਕਦੇ ਸਦੀਆਂ ਪਰ ਵੀ। ਜੇ ਇਹੋ ਜਿਹੇ ਲੋਕ ਉਸ ਵੇਲੇ ਨਾ ਆਉਂਦੇ ਤਾਂ ਬੜੀ ਇਹ ਗੱਲ ਮੈਂ ਸਪਸ਼ਟਤਾ ਨਾਲ ਕਹਿਣਾ ਔਰ ਸਾਰੇ ਸਿੱਖ ਇਸ ਗੱਲ ਨੂੰ ਮਹਿਸੂਸ ਕਰਦੇ ਆ ਜਿਹੜੇ ਪੜ੍ਹੇ ਲਿਖੇ ਸਿੱਖ ਆ, ਤਾਂ ਸਿੱਖੀ ਹੋ ਸਕਦਾ ਸੀ ਖਤਮ ਹੀ ਹੋ ਜਾਂਦੀ, ਕਿਉਂਕਿ ਅੰਗਰੇਜ਼ ਵੀ ਸਿੱਖੀ ਨੂੰ ਖਤਮ ਕਰਨ ਤੇ ਤੁਲੇ ਹੋਏ ਸੀ ਔਰ ਜਿਹੜੇ ਹਿੰਦੂ ਸੀ ਉਹ ਵੀ ਸਿੱਖੀ ਦੇ ਉੱਤੇ ਹਮਲੇ ਕਰ ਰਹੇ ਸੀ ਔਰ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਸੀ। ਲੇਕਿਨ ਇੱਕ ਬੜੀ ਟ੍ਰੈਜੇਡੀ ਹੈ ਜਿਹੜੀ ਕਿ ਮੈਂ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਸਿੱਖਾਂ ਨੇ ਗਿਆਨੀ ਦਿੱਤ ਸਿੰਘ ਦੇ ਨਾਲ ਚੰਗਾ ਸਲੂਕ ਨਹੀਂ ਕੀਤਾ। ਗਿਆਨੀ ਦਿੱਤ ਸਿੰਘ ਨੂੰ ਜਦੋਂ ਦਰਬਾਰ ਸਾਹਿਬ ਦੇ ਵਿੱਚ ਪ੍ਰਸ਼ਾਦ ਦਿੱਤਾ ਜਾਂਦਾ ਸੀ ਉਹਨਾਂ ਨੂੰ ਬਾਹਰ ਬਿਠਾ ਦਿੱਤਾ ਜਾਂਦਾ ਸੀ ਜੋੜਿਆਂ ਦੇ ਕੋਲ, ਕਿਉਂਕਿ ਗੁਰੂ ਜਿਹੜੇ ਗਿਆਨੀ ਦਿੱਤ ਸੀ ਉਹ ਜੁਲਾਹੇ ਸਿੱਖ ਸੀ ਔਰ ਰਾਮਦਾਸੀਏ ਸਿੱਖ ਸੀ ਔਰ ਇਸ ਕਰਕੇ ਇਸ ਕਿਸਮ ਦਾ ਜਿਹੜਾ ਟ੍ਰੀਟਮੈਂਟ ਸੀ ਉਹ ਬਹੁਤ ਸਾਰੇ ਸਿੱਖਾਂ ਨੂੰ ਮਨਜ਼ੂਰ ਨਹੀਂ ਸੀ, ਕਿਉਂਕਿ ਸਿੱਖਾਂ ਦੇ ਉਸ ਵੇਲੇ ਸਿੱਖਾਂ ਦੇ ਸਾਰੇ ਕੰਟਰੋਲ ਜਿਹੜੇ ਸੀ ਇਸ ਕਿਸਮ ਦੀਆਂ ਸ਼ਕਤੀਆਂ ਕੋਲ ਸੀ ਜਿਹੜੇ ਐਕਚੁਅਲੀ ਗੈਰ ਸਿੱਖ ਸੀ, ਜਿਨ੍ਹਾਂ ਦੇ ਵਿੱਚ ਸਰ ਬਾਬਾ ਖੇਮ ਸਿੰਘ ਬੇਦੀ ਦਾ ਨਾਮ ਆ, ਜਿਹੜੇ ਗੁਰੂ ਨਾਨਕ ਦੀ ਕੁਲ ਦੇ ਵਿੱਚੋਂ 14ਵੀਂ ਦੇ ਉੱਤੇ ਆਉਂਦੇ ਸੀ ਔਰ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਦੇ ਵਿੱਚ ਗਦੈਲ ਬੈਠਦੇ ਸੀ। ਇਸ ਗੱਲ ਨੂੰ ਗਿਆਨੀ ਦਿੱਤ ਸਿੰਘ ਨੇ ਓਪਨਲੀ ਚੈਲੰਜ ਕੀਤਾ ਔਰ ਗੁਰਮੁਖ ਸਿੰਘ ਨੇ ਗਿਆਨੀ ਦਿੱਤ ਸਿੰਘ ਦੀ ਸਪੋਰਟ ਕੀਤੀ। ਉਹਨਾਂ ਨੇ ਕਿਹਾ ਕਿਸੇ ਆਦਮੀ ਨੂੰ ਅਧਿਕਾਰ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਦੇ ਵਿੱਚ ਉਹ ਆਪ ਗਦੈਲੇ 'ਚ ਬੈਠੇ, ਸਾਰੇ ਸਿੱਖ ਬਰਾਬਰ ਹੈ। ਇਕੁਐਲਿਟੀ ਦਾ ਜਿਹੜਾ ਪ੍ਰਿੰਸੀਪਲ ਹੈ ਉਹ ਸਿੱਖ ਗੁਰੂਆਂ ਨੇ ਪ੍ਰੋਪੇਗੇਟ ਕੀਤਾ। ਸੰਗਤ ਦੇ ਵਿੱਚ ਕੋਈ ਉੱਚਾ ਨਹੀਂ ਕੋਈ ਨੀਚਾ ਨਹੀਂ, ਸੰਗਤ ਦੇ ਵਿੱਚ ਸਾਰੇ ਬਰਾਬਰ ਹੈ, ਉਸ ਦੇ ਵਿੱਚ ਕੋਈ ਜ਼ਾਤ ਪਾਤ ਨਹੀਂ, ਉਸ ਦੇ ਵਿੱਚ ਕੋਈ ਊਚ ਨੀਚ ਨਹੀਂ, ਉਸ ਦੇ ਵਿੱਚ ਕੋਈ ਵੱਡਾ ਛੋਟਾ ਨਹੀਂ। ਇਹ ਬਹੁਤ ਵੱਡੀ ਲੜਾਈ ਸੀ ਔਰ ਉਹ ਗਿਆਨੀ ਜਿਹੜਾ ਸੀ ਖੇਮ ਸਿੰਘ ਬੇਦੀ ਉਸ ਨੂੰ ਸਰ ਦਾ ਟਾਈਟਲ ਸੀ ਔਰ ਉਸ ਦੇ ਕੋਲ 48,000 ਏਕੜ ਜ਼ਮੀਨ ਦੀ ਮਲਕੀਅਤ ਸੀ, ਬਹੁਤ ਅਮੀਰ ਆਦਮੀ ਸੀ ਔਰ ਉਹ ਇਸ ਕਿਸਮ ਦੀਆਂ ਕੁਰੈਤਾਂ ਵੀ ਕਰਦਾ ਸੀ ਔਰ ਉਸ ਦੇ ਨਾਲ ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਟੱਕਰ ਲਿੱਤੀ ਗਿਆਨੀ ਦਿੱਤ ਸਿੰਘ ਨੇ, ਗਿਆਨੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਔਰ ਭਾਈ ਜਵਾਹਰ ਸਿੰਘ ਵਰਗਿਆਂ ਨੇ। ਤੋਂ ਇਹਨਾਂ ਨੇ ਆਪਣੀ ਵਿਦਵਤਾ ਦੇ ਆਧਾਰ ਦੇ ਉੱਤੇ ਆਪਣੀ ਗੱਲ ਨੂੰ ਸਿੱਖਾਂ ਦੇ ਕੋਲ ਜਾ ਕੇ ਸਿੱਖਾਂ ਨੇ ਇਹਨਾਂ ਦੀ ਗੱਲ ਨੂੰ ਕਬੂਲ ਕੀਤਾ ਔਰ 120 ਸਿੰਘ ਸਭਾਵਾਂ ਤੇ ਖਾਲਸਾ ਦੀਵਾਨ ਰਜਿਸਟਰਡ ਸੀ, ਜਿਨ੍ਹਾਂ ਦੇ ਵਿੱਚੋਂ 98 ਜਿਹੜੀਆਂ ਸਿੰਘ ਸਭਾਵਾਂ ਸੀ ਉਹ ਗਿਆਨੀ ਦਿੱਤ ਸਿੰਘ ਦੇ ਨਾਲ ਜੁੜੀਆਂ ਹੋਈਆਂ ਸੀ। ਬਾਕੀ ਦੀਆਂ ਥੋੜੀਆਂ ਜਿਹੀਆਂ ਜਿਹੜੀਆਂ ਸਿੰਘ ਸਭਾਵਾਂ ਸੀ ਉਹ ਖੇਮ ਸਿੰਘ ਬੇਦੀ ਵਰਗਿਆਂ ਦੇ ਨਾਲ ਸੀ। ਤੋਂ ਇਸ ਕਿਸਮ ਦੀਆਂ ਮੁਸ਼ਕਲਾਂ, ਇਸ ਕਿਸਮ ਦੀਆਂ ਤਕਲੀਫਾਂ, ਇਸ ਕਿਸਮ ਦੀਆਂ ਆਪੋਜੀਸ਼ਨ ਦੇ ਖਿਲਾਫ ਗਿਆਨੀ ਦਿੱਤ ਸਿੰਘ ਨੇ ਸਿੱਖੀ ਦਾ ਲੜ ਫੜ ਕੇ ਸਿੱਖੀ ਦੀ ਗੱਲ ਕਰਕੇ ਉਹ ਸਾਰਿਆਂ ਇਸ ਕਿਸਮ ਦੀਆਂ ਤਾਕਤਾਂ ਨੂੰ ਹਾਰ ਦਿੱਤੀ ਔਰ ਸਿੱਖੀ ਦਾ ਜਿਹੜਾ ਨਾਮ ਸੀ ਉਹ ਦੁਨੀਆ ਦੇ ਵਿੱਚ ਉੱਚਾ ਕੀਤਾ ਆਪਣੀਆਂ ਲਿਖਤਾਂ ਰਾਹੀਂ, ਆਪਣੀ ਵਿਦਵਤਾ ਰਾਹੀਂ, ਆਪਣੀ ਦਲੀਲ ਰਾਹੀਂ, ਆਪਣੇ ਗਿਆਨ ਰਾਹੀਂ। ਅੱਜ ਜ਼ਰੂਰਤ ਹੈ ਅੱਜ ਦੇ ਬੱਚਿਆਂ ਨੂੰ, ਅੱਜ ਦੀਆਂ ਜਿਹੜੀਆਂ ਪੀੜ੍ਹੀਆਂ ਨੂੰ ਜਿਹੜੇ ਸਾਡੇ ਵਿਰਸੇ ਨੂੰ ਭੁੱਲ ਚੁੱਕੇ ਆ, ਉਹਨਾਂ ਨੂੰ ਗਿਆਨੀ ਦਿੱਤ ਸਿੰਘ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਸ ਨੂੰ ਯਾਦ ਕਰਾਉਣਾ ਚਾਹੀਦਾ ਹੈ ਔਰ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਹੈ ਉਹਨਾਂ ਨੂੰ ਪਾਪੂਲਰਾਈਜ਼ ਕਰਨਾ ਚਾਹੀਦਾ ਔਰ ਬਹੁਤ ਬੜੇ ਜਿਹੜੇ ਅਦਾਰੇ ਆ ਉਹ ਗਿਆਨੀ ਦਿੱਤ ਸਿੰਘ ਦੇ ਨਾਮ ਦੇ ਉੱਤੇ ਹੋਣੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਗਿਆਨੀ ਦਿੱਤ ਸਿੰਘ ਕੌਣ ਸੀ ਔਰ ਹਮੇਸ਼ਾ ਲਈ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਕੌਮ ਦੀਆਂ ਉਹ ਯਾਦ ਰੱਖਣ ਕਿ ਗਿਆਨੀ ਦਿੱਤ ਸਿੰਘ ਦੀ ਕਿੰਨੀ ਵੱਡੀ ਇਸ ਕ੍ਰਿਟੀਕਲ ਪੀਰੀਅਡ ਦੇ ਉੱਤੇ ਕੰਟਰੀਬਿਊਸ਼ਨ ਸੀ। ਜਿਹੜੇ ਲੋਕਾਂ ਨੇ ਇਸ ਪੀਰੀਅਡ ਦੀ ਹਿਸਟਰੀ ਪੜ੍ਹੀ ਆ, ਇਤਿਹਾਸ ਪੜ੍ਹੀ ਆ, ਉਹ ਇਹ ਲਿਖਦੇ ਆ ਕਿ ਇਹ ਤੱਤ ਖਾਲਸਾ ਸੀ
ਇਹ ਐਸਾ ਖਾਲਸਾ ਸੀ ਜਿਹੜਾ ਕਿ ਖਾਲਸੇ ਦੀ ਸਪਿਰਿਟ ਨੂੰ ਰਿਵਾਈਵ ਕਰਨ ਲਈ ਇਸ ਨੂੰ ਜਿਹੜੀ ਸਿੰਘ ਸਭਾ ਮੂਵਮੈਂਟ ਆ ਉਸ ਨੂੰ ਅਸੀਂ ਕਹਿੰਦੇ ਆ ਕਿ ਇਹ ਰਿਵਾਈਵਲ ਦੀ ਮੂਵਮੈਂਟ ਸੀ। ਕਿਸ ਚੀਜ਼ ਦੀ ਰਿਵਾਈਵਲ ਸੀ? ਸਪਿਰਿਟ ਆਫ ਸਿੱਖੀਜ਼ਮ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਨੇ ਲਿਖੀ ਹੋਈ ਹੈ, ਉਸ ਸਪਿਰਿਟ ਨੂੰ ਉਸ ਵੇਲੇ ਰਿਵਾਈਵ ਕਰਨਾ ਔਰ ਉਹਦੇ ਵਿੱਚ ਜਿਹੜੀਆਂ ਕੁਰੀਤੀਆਂ ਆ ਚੁੱਕੀਆਂ ਸਨ ਉਹਨਾਂ ਨੂੰ ਦੂਰ ਕਰਨਾ। ਜਿਹੜੀਆਂ ਉਹਨਾਂ ਉਸ ਵੇਲੇ ਇੰਪਿਉਰਿਟੀਜ਼ ਪਾ ਦਿੱਤੀਆਂ ਗਈਆਂ ਸੀ ਅੰਗਰੇਜ਼ਾਂ ਨੇ, ਹਿੰਦੂ ਲਿਖਾਰੀਆਂ ਨੇ, ਉਹਨਾਂ ਚੀਜ਼ਾਂ ਨੂੰ ਦੂਰ ਕਰਕੇ ਖਾਲਸੇ ਦੀ ਜਿਹੜੀ ਸਪਿਰਿਟ ਸੀ, ਗੁਰੂ ਨਾਨਕ ਦੀ ਸਿੱਖੀ ਦੀ ਸਪਿਰਿਟ ਸੀ, ਉਸ ਨੂੰ ਪੁਨਰ ਜੀਵਨ, ਉਸ ਨੂੰ ਰਿਵਾਈਵ ਕਰਨ ਦਾ ਜਿਹੜਾ ਮਕਸਦ ਸੀ ਸਿੰਘ ਸਭਾ ਮੂਵਮੈਂਟ ਦਾ, ਜਿਸ ਦੀ ਲੀਡਰਸ਼ਿਪ ਗਿਆਨੀ ਦਿੱਤ ਸਿੰਘ ਨੇ ਕੀਤੀ ਔਰ ਬੜੀਆਂ ਮੁਸ਼ਕਲਾਂ ਪੇਸ਼ ਆਈਆਂ ਉਹਨਾਂ ਨੂੰ, ਬੜੀਆਂ ਉਹਨਾਂ ਨੂੰ ਓਪੋਜੀਸ਼ਨ ਫੇਸ ਕਰਨੀਆਂ ਪਈਆਂ, ਪਰ ਬੜੀ ਦਲੇਰੀ ਆ। ਔਰ ਮੇਰਾ ਸਿਰ ਝੁਕ ਜਾਂਦਾ ਗਿਆਨੀ ਦਿੱਤ ਸਿੰਘ ਦੇ ਬਾਰੇ ਜਦੋਂ ਮੈਂ ਪੜ੍ਹਦਾ, ਬਾਰ-ਬਾਰ ਪੜ੍ਹਦਾ, ਬਾਰ-ਬਾਰ ਉਹਨਾਂ ਨੂੰ, ਉਹਨਾਂ ਦੇ ਜੀਵਨ ਨੂੰ ਯਾਦ ਕਰਦਾ ਕਿ ਕਿੰਨੀਆਂ ਮੁਸ਼ਕਲਾਂ ਉਸ ਇਨਸਾਨ ਨੇ ਪੇਸ਼ ਕੀ, ਉਸ ਇਨਸਾਨ ਦੇ ਸਾਹਮਣੇ ਆਈਆਂ, ਕਿੰਨੀ ਸ਼ਿੱਦਤ ਦੇ ਨਾਲ, ਕਿੰਨੀ ਮਿਹਨਤ ਦੇ ਨਾਲ, ਕਿੰਨੀ ਡਿਵੋਸ਼ਨ ਤੇ ਡੈਡੀਕੇਸ਼ਨ ਦੇ ਨਾਲ ਉਸ ਨੇ ਸਿੱਖੀ ਦਾ ਲੜ ਫੜੀ ਰੱਖਿਆ। ਸਿੱਖਾਂ ਦੇ ਵਿੱਚ ਜਿਹੜੇ ਗੈਰ ਸਿੱਖ ਸੀ, ਸਿੱਖਾਂ ਦੇ ਵਿੱਚ ਗੈਰ ਸਿੱਖ ਜਿਹੜੇ ਸੀਗੇ, ਉਹਨਾਂ ਨੇ ਗਿਆਨੀ ਦਿੱਤ ਸਿੰਘ ਦੀ ਹਰ ਮੌਕੇ ਦੇ ਉੱਤੇ ਆਪੋਜੀਸ਼ਨ ਕੀਤੀ, ਪਰ ਗਿਆਨੀ ਦਿੱਤ ਸਿੰਘ ਨੇ ਆਪਣੇ ਹੌਸਲੇ ਨਾਲ, ਉਸਨੇ ਆਪਣੀ ਕਮਿਟਮੈਂਟ ਦੇ ਨਾਲ ਉਹਨਾਂ ਦੀ ਮੁਖਾਲਫਤ ਕਰਕੇ ਸਿੱਖੀ ਦਾ ਲੜ ਫੜ ਕੇ ਸਿੱਖੀ ਨੂੰ ਅੱਗੇ ਲਿਜਾਂਦੇ ਰਹੇ। ਤੋਂ ਅੱਜ ਜ਼ਰੂਰਤ ਹੈ ਕਿ ਗਿਆਨੀ ਦਿੱਤ ਸਿੰਘ ਦੀਆਂ ਜਿਹੜੀਆਂ ਕਿਤਾਬਾਂ, ਗਿਆਨੀ ਦਿੱਤ ਸਿੰਘ ਦੀਆਂ ਜਿਹੜੀਆਂ ਲਿਖਤਾਂ, ਬਹੁਤ ਹੀ ਕਮਾਲ ਦੇ ਐਡੀਟੋਰੀਅਲ ਲਿਖੇ ਗਿਆਨੀ ਦਿੱਤ ਸਿੰਘ ਨੇ। ਮੈਂ ਇੱਕ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ 1886 ਦੇ ਵਿੱਚ ਗਿਆਨੀ ਦਿੱਤ ਸਿੰਘ ਨੇ ਖਾਲਸਾ ਅਖਬਾਰ ਦੇ ਵਿੱਚ ਇੱਕ ਐਡੀਟੋਰੀਅਲ ਲਿਖਿਆ ਔਰ ਉਸ ਦੇ ਵਿੱਚ ਚੇਤਾਵਨੀ ਦਿੱਤੀ ਸਿੱਖਾਂ ਨੂੰ ਕਿ ਜੇਕਰ ਸਿੱਖੀ ਦਾ ਲੜ ਛੱਡ ਦੇਣਗੇ ਤਾਂ ਜਿਹੜੀ ਸਿੱਖ ਕੌਮ ਆ ਉਹ ਇਤਿਹਾਸ ਦੇ ਵਿੱਚੋਂ ਮਿਟ ਜਾਏਗੀ ਔਰ ਜਿਹੜੇ ਆਉਣ ਵਾਲੇ ਸਿੱਖਾਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਆਪਣੇ ਮੋਢਿਆਂ ਤੇ ਬਿਠਾ ਕੇ ਮਿਊਜ਼ੀਅਮ ਦੇ ਵਿੱਚ ਲਿਜਾਇਆ ਕਰਨਗੇ, ਉੱਥੇ ਸਿੱਖਾਂ ਦੀਆਂ ਫੋਟੋਆਂ ਦਿਖਾਇਆ ਕਰਨਗੇ ਕਿ 18ਵੀਂ ਸਦੀ ਦੇ ਸਿੱਖ ਇਸ ਕਿਸਮ ਦੇ ਹੁੰਦੇ ਸੀ। ਤੋਂ ਉਹਨਾਂ ਨੇ ਇਸ ਲਿਖਤ ਰਾਹੀਂ, ਇਸ ਐਡੀਟੋਰੀਅਲ ਰਾਹੀਂ ਸਾਰੇ ਸਿੱਖ ਜਗਤ ਨੂੰ ਇਹ ਚੇਤਾਵਨੀ ਦਿੱਤੀ ਕਿ ਅੱਜ ਇਸ ਕਿਸਮ ਦਾ ਖਤਰਾ ਸਿੱਖੀ ਦੇ ਉੱਤੇ ਛਾਇਆ ਹੋਇਆ ਹੈ ਔਰ ਜੇ ਤੁਸੀਂ ਸੁਚੇਤ ਨਹੀਂ ਹੋਵੋਗੇ, ਜੇ ਤੁਸੀਂ ਇਸ ਲਈ ਅਵੇਅਰ ਨਹੀਂ ਹੋਵੋਗੇ ਤਾਂ ਸਿੱਖੀ ਦਾ ਨਾਮੋ ਨਿਸ਼ਾਨ ਮਿਟ ਜਾਏਗਾ ਔਰ ਸਿੱਖਾਂ ਦਾ ਵੀ ਨਾਮੋ ਨਿਸ਼ਾਨ ਮਿਟ ਜਾਏਗਾ। ਸਿੱਖਾਂ ਨੂੰ ਹਿੰਦੂ ਆਪਣੇ ਆਪ ਦੇ ਵਿੱਚ ਲਪੇਟ ਲੈਣਗੇ ਔਰ ਸਿੱਖਾਂ ਦੀ ਜਿਹੜੀ ਆਇਡੈਂਟੀਟੀ ਆ ਉਹ ਹਮੇਸ਼ਾ ਲਈ ਖਤਮ ਹੋ ਜਾਏਗੀ। ਇਸ ਕਿਸਮ ਦੀ ਪ੍ਰਚਾਰ ਜਿਹੜਾ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਵਰਗਿਆਂ ਨੇ ਕੀਤਾ, ਉਸ ਪ੍ਰਚਾਰ ਦੇ ਸਦਕੇ ਹੀ ਅੱਜ ਸਿੱਖੀ ਜਿਉਂਦੀ ਹੈ। ਅੱਜ ਸਿੱਖੀ ਉਹਨਾਂ ਦੀ ਕੰਟਰੀਬਿਊਸ਼ਨ ਕਰਕੇ ਅੱਜ ਦੁਨੀਆ ਦੇ ਵਿੱਚ ਸਰਵਾਈਵ ਕਰ ਰਹੀ ਹੈ। ਅਦਰਵਾਈਜ਼ ਜੇ ਉਹ ਨਾ ਹੁੰਦੇ ਤਾਂ ਹੋ ਸਕਦਾ ਸਿੱਖੀ ਦਾ ਨਾਮੋ ਨਿਸ਼ਾਨ ਹੀ ਨਾ ਹੁੰਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜ਼ਰੂਰਤ ਹੈ ਅੱਜ ਅਸੀਂ ਪੜ੍ਹੀਏ, ਇਹਨਾਂ ਨੂੰ ਵਿਚਾਰੀਏ ਔਰ ਉਹਨਾਂ ਦਾ ਗੁਣਗਾਨ ਕਰੀਏ ਔਰ ਇਹ ਵੀ ਆਪਣੇ ਵਿੱਚ ਸ਼ਰਧਾ ਰੱਖੀਏ ਕਿ ਅਸੀਂ ਉਹਨਾਂ ਨੂੰ ਕੋਈ ਨਾ ਕੋਈ ਟ੍ਰਿਬਿਊਟ ਪੇ ਕਰੀਏ। ਜਦੋਂ ਵੀ ਉਹਨਾਂ ਦਾ ਜਨਮ ਦਿਨ ਹੁੰਦਾ ਤਾਂ ਉਹਨਾਂ ਦੀਆਂ ਲਿਸਟਾਂ ਵੀ ਪੜ੍ਹੀਏ, ਬੱਚਿਆਂ ਨੂੰ ਵੀ ਦੱਸੀਏ, ਆਉਣ ਵਾਲੀਆਂ ਪੀੜ੍ਹੀਆਂ ਜਿਹੜੇ ਨੌਜਵਾਨ ਬੱਚੇ ਆ ਉਹ ਸਾਡੇ ਜਿਹੜੀ ਇਹ ਵਿਰਾਸਤ ਆ ਬਹੁਤ ਵੱਡੀ, ਜਿਸ ਦੇ ਵਿੱਚ ਗਿਆਨੀ ਦਿੱਤ ਸਿੰਘ ਦੀ ਬਹੁਤ ਹੀ ਮਹਾਨ ਦੇਣ ਆ। ਔਰ ਮੈਨੂੰ ਤਾਂ ਇੰਨਾ ਦੁੱਖ ਹੁੰਦਾ ਕਿ ਜਿਸ ਕਿਸਮ ਦੀਆਂ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆਈਆਂ ਔਰ ਉਹ ਵੀ ਸਿੱਖਾਂ ਨੇ ਜਿਹੜੇ ਉਸ ਵੇਲੇ ਗੁਰਦੁਆਰਿਆਂ ਦੇ ਉੱਤੇ ਕਾਬਜ਼ ਸੀ, ਇਸੇ ਕਰਕੇ ਉਹਨਾਂ ਨੇ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਵਰਗਿਆਂ ਨੇ ਸਿੰਘ ਸਭਾ ਗੁਰਦੁਆਰੇ ਬਣਾਏ ਤਾਂ ਕਿ ਉਹਨਾਂ ਪਲੇਟਫਾਰਮਾਂ ਤੋਂ ਉਹ ਜਾ ਕੇ ਪ੍ਰਚਾਰ ਕਰਨ ਸਹੀ ਸਿੱਖੀ ਦਾ। ਕਿਉਂਕਿ ਜਿਹੜੇ ਗੁਰਦੁਆਰੇ ਸਾਡੇ ਇਤਿਹਾਸਕ ਗੁਰਦੁਆਰੇ ਸੀ ਉਹ ਉਹਨਾਂ ਮਸੰਦਾਂ ਦੇ ਔਰ ਉਹਨਾਂ ਮਹੰਤਾਂ ਦੇ ਕਬਜ਼ੇ ਦੇ ਵਿੱਚ ਸੀ ਜਿਹੜੇ ਗੈਰ ਸਿੱਖ ਸੀ। ਤੋ ਇਸ ਔਰ ਉਹਨਾਂ ਦੇ ਵਿੱਚ ਜਾਤ ਪਾਤ, ਊਚ ਨੀਚ, ਇਸ ਕਿਸਮ ਦੀਆਂ ਚੀਜ਼ਾਂ ਪ੍ਰਚਲਿਤ ਸਨ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਜਾਣ ਦੀ ਇਜਾਜ਼ਤ ਵੀ ਨਹੀਂ ਸੀ।
ਔਰ ਜਿਹੜੇ ਲੋਕ ਉਹਨਾਂ ਦੇ ਕਾਬਿਲ ਸੀ ਉਹ ਗੈਰ ਸਿੱਖੀ ਪਰੰਪਰਾਵਾਂ ਨੂੰ ਇੰਟਰੋਡਿਊਸ ਕਰ ਰਹੇ ਸੀਗੇ ਸਿੱਖੀ ਦੇ ਵਿੱਚ। ਤੋਂ ਗਿਆਨੀ ਦਿੱਤ ਸਿੰਘ ਤੇ ਗੁਰਮੁਖ ਸਿੰਘ ਨੇ ਉਹਨਾਂ ਚੀਜ਼ਾਂ ਤੋਂ ਆਜ਼ਾਦ ਕਰਾ ਕੇ ਆਪਣੇ ਸਿੰਘ ਸਭਾ ਗੁਰਦੁਆਰੇ ਬਣਵਾਏ ਜਗ੍ਹਾ ਜਗ੍ਹਾ, ਤਾਂ ਕਿ ਸਿੱਖੀ ਦਾ ਸਹੀ ਪ੍ਰਚਾਰ ਜੋ ਗੁਰੂਆਂ ਨੇ ਸਿੱਖੀ ਨੂੰ ਬਿਆਨ ਕੀਤਾ ਹੈ, ਜੋ ਗੁਰੂਆਂ ਨੇ ਸਿੱਖੀ ਦੀ ਇੰਟਰਪ੍ਰੀਟੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੀ ਹੈ, ਔਰ ਸਿੱਖੀ ਦੀਆਂ ਜੋ ਪਰੰਪਰਾਵਾਂ ਹਨ, ਸਿੱਖੀ ਦੀਆਂ ਜੋ ਰਵਾਇਤਾਂ ਸਹੀ ਹਨ, ਉਹਨਾਂ ਨੂੰ ਲੋਕਾਂ ਨੂੰ ਸਮਝਾਇਆ ਜਾਵੇ। ਔਰ ਲੋਕਾਂ ਨੇ ਉਹਨਾਂ ਨੂੰ ਸਮਝਿਆ, ਔਰ ਸਮਝਣ ਤੋਂ ਬਾਅਦ ਉਹ ਸ਼ਕਤੀਆਂ ਜਿਹੜੇ ਮਹੰਤ ਔਰ ਪੁਜਾਰੀ ਉੱਥੇ ਕਾਬਿਲ ਸੀ ਗੁਰਦੁਆਰਿਆਂ ਦੇ ਵਿੱਚ, ਉਹਨਾਂ ਦੇ ਖਿਲਾਫ ਇਕਲਾਮਬੰਦ ਹੋਏ। ਔਰ ਫਿਰ ਉਸ ਤੋਂ ਬਾਅਦ ਗੁਰਦੁਆਰਾ ਜਿਹੜੀ ਲਹਿਰ ਆ ਉਹ ਸਿੰਘ ਸਭਾ ਦੀ ਕੰਟਰੀਬਿਊਸ਼ਨ ਹੈ, ਸਿੰਘ ਸਭਾ ਦੇ ਪ੍ਰਚਾਰ ਦੇ ਕਾਰਨ ਉਹ ਪੈਦਾ ਹੋਈ, ਕਿਉਂਕਿ ਲੋਕਾਂ ਦੇ ਵਿੱਚ ਉਹ ਜਾਗਰਤੀ ਆ ਗਈ ਕਿ ਇਹ ਲੋਕ ਸਿੱਖ ਨਹੀਂ, ਇਹ ਸਿੱਖੀ ਨੂੰ ਸਾਡੇ ਗੁਰਦੁਆਰਿਆਂ ਦੇ ਵਿੱਚ ਬੈਠ ਕੇ ਢਾਹ ਲਾ ਰਹੇ ਆ। ਔਰ ਉਹਨਾਂ ਮਹੰਤਾ ਪੁਜਾਰੀਆਂ ਨੂੰ ਅੰਗਰੇਜ਼ਾਂ ਦੀ ਹਮਾਇਤ ਸੀ, ਔਰ ਅੰਗਰੇਜ਼ਾਂ ਨੇ ਉਹਨਾਂ ਦੇ ਨਾਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਉਹਨਾਂ ਦੇ ਨਾਂ ਕਰਾ ਦਿੱਤੀਆਂ ਸੀ। ਤੋਂ ਇਸ ਕਿਸਮ ਦੇ ਮੁਸ਼ਕਲਾਤ ਦੇ ਵਿੱਚ ਵੀ ਇਸ ਕਿਸਮ ਦੀ ਸਟਰਗਲ ਇਹਨਾਂ ਵੱਡੇ ਬੰਦਿਆਂ ਨੇ ਕੀਤੀ, ਜਿਹਦੇ ਵਿੱਚ ਗਿਆਨੀ ਦਿੱਤ ਸਿੰਘ ਸਿਰ ਕੱਢ ਸੀਗੇ, ਔਰ ਤਾਂ ਸਿੱਖੀ ਜਿਹੜੀ ਆ ਉਹ ਬਚੀ ਆ, ਵਰਨਾ ਸਿੱਖੀ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਂਦਾ ਜੇ ਇਸ ਕਿਸਮ ਦੇ ਬੰਦੇ ਨਾ ਹੁੰਦੇ। ਜੀ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਕਿਉਂਕਿ ਸਾਡੇ ਕੋਲ ਟਾਈਮ ਬਹੁਤ ਲਿਮਿਟਡ ਹੈ, ਅਸੀਂ ਜ਼ਿਆਦਾ ਗੱਲਬਾਤ ਨਹੀਂ ਕਰ ਸਕਦੇ ਬਾਬਾ ਵਡਭਾਗ ਸਿੰਘ ਜੀ ਦੇ ਉੱਪਰ, ਪਰ ਅਸੀਂ ਫਿਰ ਆਪਣਾ ਫੋਕਸ ਭਾਈ ਦਿੱਤ ਸਿੰਘ ਜੀ ਤੇ ਹੀ ਰੱਖਦੇ ਹਾਂ, ਜਿਸ ਤੁਸੀਂ ਇਸ ਦੇ ਉੱਪਰ ਜੀ ਤੁਸੀਂ ਜਿਸ ਤਰ੍ਹਾਂ ਤੋਂ PhD ਕੀਤੀ ਹੈ ਵੀਰ ਜੀ, ਤੁਸੀਂ ਕਿਹਾ ਸਿੰਘ ਸਭਾ ਲਹਿਰ ਦੇ ਮੂਵਮੈਂਟ ਦੇ ਉੱਪਰ ਤੁਸੀਂ PhD ਕੀਤੀ ਹੈ। ਤੁਸੀਂ ਇੰਨੇ ਸੋਹਣੇ ਫੈਕਟ ਸਾਡੇ ਸਾਹਮਣੇ ਲਿਆ ਕੇ ਆਉਂਦੇ ਨੇ ਜਿਹੜੇ ਸਾਨੂੰ ਵੀ ਸ਼ਾਇਦ ਪਤਾ ਨਹੀਂ ਸੀਗਾ, ਤੇ ਸਾਡੀ ਆਉਣ ਵਾਲੀ ਜਨਰੇਸ਼ਨ ਲਈ ਵੀ ਬਹੁਤ ਵੱਡਮੁੱਲੇ ਹੋਣਗੇ, ਬਹੁਤ ਪ੍ਰਾਈਸਲੈਸ ਹੋਣਗੇ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਇਹਨਾਂ ਦੇ ਜਨਮ ਦਿਹਾੜੇ ਜਾਂ ਫਿਰ ਇਹਨਾਂ ਦੀ ਯਾਦ ਮਨਾਉਣੀ ਚਾਹੀਦੀ ਹੈ, ਪਰ ਮਨਾਉਣੀ ਚਾਹੀਦੀ ਹੈ ਪਰ ਅਸੀਂ ਕਿਉਂ ਨਹੀਂ ਮਨਾਉਂਦੇ, ਇਹ ਮੇਰਾ ਕੁਐਸਚਨ ਅਗਲਾ ਬਣਦਾ ਹੈ। ਕਿਉਂਕਿ ਸਾਡੇ ਥੋੜੇ ਜਿਹੇ ਮਿੰਟ ਰਹਿ ਗਏ ਨੇ, ਸਾਨੂੰ ਦੱਸੋ ਕਿ ਅਸੀਂ ਇਹਨਾਂ ਦੀ ਯਾਦ ਕਿਉਂ ਨਹੀਂ ਮਨਾਉਂਦੇ? ਕਿਉਂਕਿ ਇਹਨਾਂ ਦੇ ਵਿਚਾਰ ਇੰਨੇ ਵੱਡੇ ਸੀ ਕਿ ਸਾਡੇ ਜਿਹੜੀ ਹੋਣ ਦੀ ਜਿਹੜੀ ਜਨਰੇਸ਼ਨ ਹੈ ਜਾਂ ਫਿਰ ਜਿਹੜੀ ਹੋਣ ਦੀ ਕਹਿ ਸਕਦੇ ਕਿ ਪੰਜਾਬ ਦੀ ਸਰਕਾਰ ਹੈ ਉਹ ਨਹੀਂ ਮਨਾਉਣਾ ਚਾਹਦੀ, ਤਾਂ ਕਿ ਇਹਨਾਂ ਦੇ ਵਿਚਾਰ ਜਿਹੜੇ ਨੇ ਉਹ ਲੋਕਾਂ ਤੱਕ ਸਪਰੈਡ ਨਾ ਹੋਣ। ਇਹ ਇੱਕ ਫੈਕਟ ਹੋ ਸਕਦਾ ਹੈ, ਕਿਉਂ ਨਹੀਂ ਮਨਾਉਂਦੇ ਅਸੀਂ ਇਹਨਾਂ ਦੀ ਯਾਦ, ਇਸ ਬਾਰੇ ਸਾਨੂੰ ਦੱਸੋ। ਮੈਂ ਦੱਸ ਦਿੰਦਾ ਜੀ, ਉਹ ਇਸ ਕਰਕੇ ਜਿਹੜੀ ਪੰਜਾਬ ਦੀ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ ਜੀ, ਉਹ ਇਸ ਕਰਕੇ ਨਹੀਂ ਮਨਾਉਂਦੇ ਕੋ ਹਿੰਦੂਆਂ ਤੋਂ ਡਰਦੇ ਆ ਜੀ। ਜੇ ਉਹ ਕਿਉਂਕਿ ਇਹ ਤਾਂ ਨਿਰੋਲ ਸਿੱਖੀ ਦੀ ਗੱਲ ਕਰਦੇ ਸੀ, ਨਿਰੋਲ ਸਿੱਖੀ ਦੀ ਆਇਡੈਂਟੀਟੀ ਦੀ ਗੱਲ ਕਰਦੇ ਸੀ, ਨਿਰੋਲ ਸਿੱਖੀ ਦੀ ਰਿਵਾਈਵਲ ਦੀ ਗੱਲ ਕਰਦੇ ਸੀ, ਸਿੱਖੀ ਸਪਿਰਿਟ ਦੀ ਗੱਲ ਕਰਦੇ ਸੀ। ਜੇ ਪੰਜਾਬ ਦੀ ਸਰਕਾਰ ਨੂੰ ਚਲਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਤਾਂ ਹਿੰਦੂਆਂ ਦੇ ਹੱਥ ਠੋਕੇ ਹੈਗੇ ਆ, ਉਹ ਕਿਸ ਤਰੀਕੇ ਨਾਲ ਇਹਨਾਂ ਦੀ ਗੱਲ ਕਰ ਸਕਦੇ ਆ? ਔਰ ਇਹ ਮੈਂ ਗੁਰਚਰਨ ਸਿੰਘ ਟੌੜੇ ਨੂੰ ਬਾਰ-ਬਾਰ ਕਹਿੰਦਾ ਰਿਹਾ ਵੀ ਤੁਸੀਂ ਇਹਨਾਂ ਗਿਆਨੀ ਦਿੱਤ ਸਿੰਘ ਦੇ ਨਾਂ ਦੇ ਉੱਤੇ ਕਾਲਜ ਬਣਾਓ, ਭਾਈ ਕਾਹਨ ਸਿੰਘ ਦੇ ਨਾਂ ਦੇ ਉੱਤੇ ਤੁਸੀਂ ਕਾਲਜ ਬਣਾਓ। ਭਾਈ ਕਾਹਨ ਸਿੰਘ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਆ ਜੀ, ਉਹਨਾਂ ਦੇ ਨਾਂ ਦੇ ਉੱਤੇ ਕਾਫੀ ਸਟਰੀਟਸ ਨੇਮ ਨੇ, ਸਕੂਲਸ ਨੇ, ਉਹਨਾਂ ਦੇ ਬਣਨੇ ਚਾਹੀਦੇ ਨੇ, ਕੋਈ ਸੜਕ ਵੀ ਨਹੀਂ ਹੈ। ਅਸੀਂ ਜ਼ੋਰ ਲਾਉਂਦੇ ਰਹੇ ਵੀ ਡਾਕਟਰ ਗੰਡਾ ਸਿੰਘ ਦੇ ਨਾਂ ਦੇ ਉੱਤੇ ਜਿਹੜੀ ਲੋਅਰ ਮਾਲ ਆ ਪਟਿਆਲੇ ਦੇ ਵਿੱਚ, ਉਹ ਜਿੱਥੇ ਉਹ ਰਹਿੰਦੇ ਸੀ ਵਿਚਾਰੇ, ਉਹਨਾਂ ਦੇ ਨਾਂ ਦੇ ਉੱਤੇ ਹੀ ਉਹ ਸੜਕ ਦਾ ਹੀ ਨਾਂ ਰੱਖ ਦਿਓ।